ਹੈਲੋ ਸਟੂਡੈਂਟਸ, ਵੈਲਕਮ ਟੂ ਟੀਵੀ ਸਕੂਲ। ਠੀਕ ਹੈ, ਅੱਜ ਅਸੀਂ ਨੂਮੈਰੀਕਲ ਡਿਸਕਸ ਕਰਾਂਗੇ ਸਫੈਰੀਕਲ ਸਰਫੇਸਿਸ ਦੇ। ਠੀਕ ਹੈ, ਫੋਰ ਐਗਜ਼ਾਮਪਲ ਸਾਡੇ ਕੋਲ ਇਹ ਇੱਕ ਨੂਮੈਰੀਕਲ ਹੈ। ਇਹ ਨੂਮੈਰੀਕਲ ਕਰਨ ਤੋਂ ਪਹਿਲੇ ਇੱਕ ਦੋ ਟਰਮਸ ਨੇ, ਜਿਵੇਂ ਆਪਾਂ ਲਾਸਟ ਟਾਈਮ ਜੋ ਕੀਤੀਆਂ ਸੀ, ਜਦ ਲਾਈਟ ਜਾਵੇ ਫਰੋਮ ਰੇਅਰ ਟੂ ਡੈਂਸਰ ਮੀਡੀਅਮ, ਤਾਂ ਸਾਡੇ ਕੋਲ ਫਾਰਮੂਲਾ ਕੀ ਸੀ, μ2/v - μ1/u = μ2 - μ1/r। ਕਲੀਅਰ। ਅਗਰ ਲਾਈਟ ਜਾਵੇ ਫਰੋਮ ਡੈਂਸਰ ਟੂ ਰੇਅਰ ਮੀਡੀਅਮ ਮੀਨਸ ਆਬਜੈਕਟ ਡੈਂਸਰ ਤੇ ਪਿਆ ਤੇ ਇਮੇਜ ਉਹਦੀ ਜਿੱਥੇ ਮਰਜੀ ਬਣੇ। ਠੀਕ ਹੈ, ਤਾਂ ਆਪਾਂ ਕਿਹੜਾ ਫਾਰਮੂਲਾ ਅਪਲਾਈ ਕਰਨਾ, ਦੈਟ ਇਜ਼ μ1/v - μ2/u = μ1 - μ2/r, ਜਾਂ ਰੀਅਰੇਂਜ ਕਰ ਦੋ ਮਾਈਨਸ ਕਾਮਨ ਲੈ ਕੇ, ਤਾਂ ਇਹ ਵਾਲਾ ਫਾਰਮੂਲਾ ਵੀ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ। ਠੀਕ ਹੈ, ਹੁਣ ਸਾਨੂੰ ਕੁਐਸਚਨ ਦਿੱਤਾ ਹੈ ਬਬਲਸ ਵਾਲੇ ਕੁਐਸਚਨਸ ਨੇ। ਠੀਕ ਹੈ, ਬਬਲਸ ਵਾਲੇ ਕੁਐਸਚਨਸ ਈਜ਼ੀ ਹੁੰਦੇ ਨੇ। ਹੁਣ ਤੁਸੀਂ ਇਹੀ ਧਿਆਨ ਰੱਖਣਾ ਕਿ ਆਬਜੈਕਟ ਪਿਆ ਤੇ ਕਿੱਥੇ ਪਿਆ। ਠੀਕ ਹੈ, ਹੁਣ ਦੇਖੋ ਇਸ ਕੁਐਸਚਨ ਵਿੱਚ ਕੀ ਦਿੱਤਾ ਹੈ, ਅ ਸਮਾਲ 에ਅਰ ਬਬਲ ਇਨ ਗਲਾਸ ਸਫੀਅਰ, ਰੇਡੀਅਸ ਸਾਨੂੰ ਦਿੱਤਾ ਹੈ ਇੰਪੋਰਟੈਂਟ ਟਰਮ, ਦੈਟ ਇਜ਼ 2 ਸੈਂਟੀਮੀਟਰ। ਕਿੰਨਾ ਰੇਡੀਅਸ ਦਿੱਤਾ ਹੈ, 2 ਸੈਂਟੀਮੀਟਰ। ਦੇਖੋ ਇਸ ਫਾਰਮ 'ਚ ਕੋਈ ਵੀ, ਠੀਕ ਹੈ, ਇਹ ਕੋਈ ਵੀ ਸਫੀਅਰ ਲਿਆ, ਗਲਾਸ ਸਫੀਅਰ, ਜਿਹਦੇ ਰੇਡੀਅਸ ਦੀ ਵੈਲਿਊ ਕਿੰਨੀ ਹੈ, 2 ਸੈਂਟੀਮੀਟਰ। ਕਲੀਅਰ, ਰੇਡੀਅਸ ਦੀ ਵੈਲਿਊ 2 ਸੈਂਟੀਮੀਟਰ appears to be 1 centimeter from the surface। ਕਿਵੇਂ ਲੱਗ ਰਿਹਾ ਹੈ, ਫॉर एग्जांपल ਆਪਾਂ ਇਧਰੋਂ ਦੇਖ ਰਹੇ ਹਾਂ, appears to be, ਇਹ c ਆ ਜਾਏਗਾ, appears to be 1 centimeter means ਇਸ ਪੁਆਇੰਟ ਤੋਂ ਇਹ ਡਿਸਟੈਂਸ ਕਿੰਨਾ ਲੱਗ ਰਿਹਾ ਹੈ, 1 centimeter from the surface means ਇਹ ਇਮੇਜ ਆ ਗਈ ਆਪਣੀ। when looked at the diameter, if the refractive index of the glass is 1.5 means mu ਦੀ ਵੈਲਿਊ ਕਿੰਨੀ ਦਿੱਤੀ ਹੈ, 1.5 ਗਲਾਸ ਦੀ। ਇਹ 에ਅਰ ਹੈ ਤੇ ਇਹਦੀ 1, ਇਹਦੀ 1.5। ਰੇਡੀਅਸ ਦੀ ਵੈਲਿਊ ਦੇਖੋ, r = -2, r ਦੀ ਵੈਲਿਊ ਕਿੰਨੀ ਆ ਗਈ, -2 ਸੈਂਟੀਮੀਟਰ, v = -1 ਸੈਂਟੀਮੀਟਰ, u ਆਪਾਂ ਕੈਲਕੂਲੇਟ ਕਰਨਾ ਹੈ, μ2 1.5, μ1 1। ਕਲੀਅਰ। ਹੁਣ ਦੇਖੋ ਇਹ ਜਰਨਲਿਸਟ ਕਿਵੇਂ ਕਰਨਾ ਹੈਗਾ, u ਦੀ ਵੈਲਿਊ ਕੱਢਣੀ ਹੈ, ਉਹ ਕਿਵੇਂ ਆਊਗੀ। ਸਾਡੇ ਕੋਲ ਫਾਰਮੂਲਾ ਕਿਹੜਾ ਲੱਗਣਾ ਹੈ, ਇੱਥੇ ਕੀ ਹੈ, ਦਿਸ ਇਜ਼ ਦ ਡੈਂਸਰ ਮੀਡੀਅਮ, ਦਿਸ ਇਜ਼ ਦ ਰੀਅਰ ਮੀਡੀਅਮ, ਇਹ ਵਾਲਾ ਫਾਰਮੂਲਾ ਆਪਾਂ ਅਪਲਾਈ ਕਰਨਾ ਹੈ। ਹੁਣ ਦੇਖੋ μ1/u μ1/v - μ2/u μ1 - μ2/r। ਹੁਣ ਦੇਖੋ μ2 ਦੀ ਵੈਲਿਊ ਕਿੰਨੀ ਹੈ, μ2 is 1.5 and μ1 is 1 means ਇੱਥੇ ਕਿੰਨਾ ਆ ਗਿਆ, 1/v ਦੀ ਵੈਲਿਊ ਕਿੰਨੀ ਆ ਗਈ, -1 ਮਾਈਨਸ μ2 ਦੀ ਵੈਲਿਊ 1.5, u ਦੀ ਵੈਲਿਊ ਕੱਢਣੀ ਹੈ, = μ1 is 1 minus 1.5/r is -2। क्लियर। ਹੁਣ ਇਹ देखो ਇਹ ਕੀ ਆ ਗਿਆ, -1.5/u = -0.5/-2, माइनस माइनस प्लस हो जाएगा। ये देखो दिस माइनस दिस, एक कितना हो जाएगा, 1 - 1.5 is -0.5/-2, -0.5/-2 is 0.5/2, माइनस माइनस कट हो जाएंगे, तो ये माइनस उससे जाके की हो जाएगा +1। क्लियर। इतने ਜਿਹੜਾ ਇਹ -1 ਹੈਗਾ ਉਸ ਸਾਈਡ ਜਾ ਕੇ ਕੀ ਹੋ ਜਾਏਗਾ, +1, ਤੇ ਸਾਡੇ ਕੋਲ ਟਰਮ ਕੀ ਬਣ ਜਾਏਗੀ, -1.5 divided by u = 2 + 0.5, ਇਹ ਕੀ ਹੋਏਗਾ, 2.5 divided by 2। क्लियर। ਤੇ ਰੀਅਰੇਂਜ ਕੀਤਾ, u ਉੱਧਰ ਚਲਾ ਗਿਆ, ਇਹ ਇੱਧਰ ਆ ਗਿਆ, -1.5 × 2 divided by 2.5। क्लियर। 1.5 2 ਦਾ 3/2.5, पॉइंट हटाया ऊपर चला गया। ठीक है, कितनी आ जाएगी, -25 1 25, 5 बचा 2, 1.2 सेंटीमीटर। ठीक है, दिस इज द वैल्यू ऑफ u मींस u कितने पे है, कितने इस पॉइंट पे o। ठीक है, इस पॉइंट पे आंसर आ गया, u = -1.2 सेंटीमीटर। देखो ਇਹੋ ਜਿਹੇ ਕੁਐਸਚਨਸ ਈਜ਼ੀ ਹੁੰਦੇ, ਟਫ ਨਹੀਂ ਹੁੰਦੇ, ਬਸ ਸਟੇਟਮੈਂਟ ਨੂੰ ਥੋੜਾ ਜਿਹਾ ਆਪਾਂ ਮੋਡੀਫਾਈ ਕਰ ਲਾਂਗੇ, ਰਿਫਰੈਕਟਿਵ ਇੰਡੈਕਸ ਦੀ ਵੈਲਿਊ ਚੇਂਜ ਕਰ ਦਾਂਗੇ। ਇਹ ਸੀਗੇ ਸਾਡੇ ਬਬਲਸ ਵਾਲੇ ਕੁਐਸਚਨਸ, ਇਹੋ ਜਿਹੇ ਕੁਐਸਚਨਸ ਜ਼ਰੂਰ ਟਰਾਈ ਕਰਿਓ। ਨੈਕਸਟ ਜਿਹੜਾ ਟੌਪਿਕ ਹੈ ਬੜਾ ਹੀ ਇੰਪੋਰਟੈਂਟ ਹੈ ਬੋਰਡ ਪੁਆਇੰਟ ਆਫ ਵਿਊ ਨਾਲ। ਠੀਕ ਹੈ, ਤੇ ਇਹਦੇ ਨੂਮੈਰੀਕਲਸ ਵੀ ਪੁੱਛ ਸਕਦੇ ਆ, ਤੇ ਡਾਇਰੈਕਟਲੀ ਲੌਂਗ ਕੁਐਸਚਨ ਵਿੱਚ ਵੀ ਇਹ ਕੁਐਸਚਨ ਕਾਫੀ ਵਾਰ ਪੁੱਛਿਆ ਹੋਇਆ। ਠੀਕ ਹੈ, ਦੈਟ ਇਜ਼ ਲੈਂਸ ਮੇਕਰ ਫਾਰਮੂਲਾ। ਲੈਂਸ ਮੇਕਰ ਫਾਰਮੂਲਾ, ਇਹਦਾ ਮਤਲਬ ਕੀ ਹੈ, ਲੈਂਸ ਮੇਕਰ ਫਾਰਮੂਲਾ, ਇਹਦਾ ਯੂਜ਼ੇਜ ਕੀ ਹੈਗਾ, ਆਪਾਂ ਡੇ ਟੂ ਡੇ ਲਾਈਫ 'ਚ ਯੂਜ਼ ਕਿੱਥੇ ਕਰਦੇ ਗਏ, ਨਾਮ ਤੋਂ ਪਤਾ ਚੱਲ ਰਿਹਾ, ਮੇਕਰਸ lens makers means
ਲੈਂਸ ਨੂੰ ਬਣਾਉਣ ਲਈ ਜਿਹੜਾ ਫਾਰਮੂਲਾ ਆਪਾਂ ਨੂੰ ਚਾਹੀਦਾ ਹੁੰਦਾ, ਫੋਰ ਐਗਜ਼ਾਮਪਲ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਗਲਾਸਿਸ ਨੇ, ਹੁਣ ਆਪਾਂ ਚਸ਼ਮੇ ਪਾਉਂਦੇ ਗਏ, ਅਲੱਗ-ਅਲੱਗ ਤਰ੍ਹਾਂ ਦੇ ਚਸ਼ਮੇ ਹੁੰਦੇ ਆ, ਉਹਨਾਂ ਦੇ ਨੰਬਰ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ, ਸਪੈਕਟੇਕਲਸ ਜਿਹੜੇ ਹੁੰਦੇ ਆ, ਠੀਕ ਹੈ। ਉਹ ਸਾਰੇ ਸਪੈਕਟੇਕਲਸ ਦੇ ਜਿਹੜੇ ਅਲੱਗ-ਅਲੱਗ ਨੰਬਰ ਨੇ, ਉਹਨੂੰ ਬਣਾਉਣ ਲਈ ਜਿਹੜਾ ਫਾਰਮੂਲਾ ਯੂਜ਼ ਕਰਦੇ ਆ, ਦੈਟ ਇਜ਼ ਲੈਂਸ ਮੇਕਰ ਫਾਰਮੂਲਾ। ਕਲੀਅਰ ਕਿ ਉਹ ਬਣਦਾ ਕਿਵੇਂ ਹੈਗਾ, ਠੀਕ ਹੈ। ਹੁਣ ਸਾਡੇ ਕੋਲ ਦੋ ਤਰ੍ਹਾਂ ਦੇ ਲੈਂਸ ਆਪਾਂ ਜਨਰਲੀ ਯੂਜ਼ ਕਰਦੇ ਗਏ, ਠੀਕ ਹੈ। ਆਪਾਂ ਕਰਦੇ ਤਾਂ ਕਾਫੀ ਤਰ੍ਹਾਂ ਦੇ ਆ, ਆਪਾਂ ਜਿਹੜੇ ਡਿਸਕਸ ਕਰਨੇ ਆ ਸਿਰਫ ਦੋ ਤਰ੍ਹਾਂ ਦੇ ਕਰਨੇ ਆ, ਠੀਕ ਹੈ। ਫਰਸਟ ਇਜ਼ ਫੁੱਲ ਕਨਵੈਕਸ ਲੈਂਸ, ਇਹ ਜਿਹੜਾ ਕਨਵੈਕਸ ਲੈਂਸ ਹੈ ਦੈਟ ਇਜ਼ ਬਾਈ ਕਨਵੈਕਸ ਲੈਂਸ। ਸੈਕੰਡ ਇਜ਼ ਬਾਈ concave lens, first is biconvex lens, the second is biconcave lens। ਸਭ ਤੋਂ ਪਹਿਲੇ ਇੱਕ ਕਰਨ ਤੋਂ ਪਹਿਲੇ biconvex lens ਜਾਂ biconcave lens ਤੇ ਦੋਨਾਂ ਵਾਸਤੇ ਇੱਕ ਜਿਹੜੀ ਜਰਨਲਿਸਟ ਟਰਮਸ ਨੇ ਜੋ ਆਪਾਂ ਨੂੰ ਬਹੁਤ ਇੰਪੋਰਟੈਂਟ ਨੇ, ਜੋ ਯਾਦ ਰੱਖਣੀਆਂ, ਉਹ ਕਿਹੜੀਆਂ ਨੇ? ਸਭ ਤੋਂ ਪਹਿਲੇ ਕਿ ਇਹਦੇ ਅਜ਼ੰਪਸ਼ਨਸ ਜੋ ਆਪਾਂ ਬਾਰ-ਬਾਰ ਪੜ੍ਹਦੇ ਆ ਰਹੇ ਹਾਂ, ਤੇ ਦੂਸਰਾ ਉਹਦੇ ਸਾਈਨ ਕਨਵੈਨਸ਼ਨਸ। ਕਲੀਅਰ ਹੈ? ਹੁਣ ਦੇਖੋ ਅਜ਼ੰਪਸ਼ਨਸ ਵਿੱਚ ਆਪਾਂ ਕਰਨਾ ਕੀ ਹੈਗਾ, ਹੁਣ ਜਿਵੇਂ ਕਿ ਆਪਾਂ ਜਿਹੜਾ ਮਰਜ਼ੀ ਲੈਂਸ ਲੈਣਾ ਹੋਵੇ, ਭਾਵੇਂ ਉਹ ਕਨਵੈਕਸ ਲੈਂਸ ਲੈਣਾ ਹੈ ਜਾਂ ਉਹ ਕਨਕੇਵ ਲੈਂਸ ਲੈਣਾ, ਉਹ ਲੈਂਸ ਜਿਹੜਾ ਹੋਣਾ ਚਾਹੀਦਾ ਹੈ, the lens should be thin, ਮਤਲਬ ਬਹੁਤ ਜ਼ਿਆਦਾ ਥਿਨ ਹੋਵੇ, ਠੀਕ ਹੈ। ਥਿਨ ਹੋਣਾ ਚਾਹੀਦਾ, ਥਿਕ ਹੋਏਗਾ ਤਾਂ ਉਹਦੇ ਵਿੱਚ ਆਪਾਂ ਅਬਰੇਸ਼ਨਸ ਆਣੀ ਸ਼ੁਰੂ ਹੋ ਜਾਂਦੀਆਂ, ਠੀਕ ਹੈ। the lens should be thin, ਚਾਹੇ ਉਹ ਕਨਵੈਕਸ ਲੈਂਸ ਹੈ ਚਾਹੇ ਉਹ ਕਨਕੇਵ ਲੈਂਸ ਹੈ, ਠੀਕ ਹੈ। ਦੂਸਰੀ ਅਸੰਪਸ਼ਨਸ ਕੀ ਲੈਣੀ ਹੈ, ਜਿਹੜਾ ਅਪਰਚਰ ਹੈਗਾ, ਅਪਰਚਰ should be small, ਅਪਰਚਰ ਜਿਹੜਾ ਹੈਗਾ ਉਹ ਕੀ ਲੈਣਾ ਹੈਗਾ ਆਪਾਂ, ਉਹ ਵੀ ਸਮਾਲ ਲੈਣਾ ਹੈਗਾ। ਹੋਰ ਕਿਹੜੀ ਅਸੰਪਸ਼ਨਸ ਲੈ ਸਕਦੇ ਹਾਂ? ਨੈਕਸਟ ਅਸੰਪਸ਼ਨ ਇਹ ਵਾਲੀ ਲੈ ਸਕਦੇ ਹੋ, ਜਿਵੇਂ ਫੋਰ ਐਗਜ਼ਾਮਪਲ ਜਿਹੜੇ ਐਂਗਲਸ ਨੇ, ਐਂਗਲਸ formed should be small, ਠੀਕ ਹੈ। ਐਂਗਲ ਫਾਰਮ should be small, ਮਤਲਬ ਜਿਹੜੇ ਐਂਗਲ ਬਣਨਗੇ ਉਹ ਵੀ ਕਿਵੇਂ ਦੇ ਲੈਣੇ, ਤੁਸੀਂ ਸਮਾਲ ਲੈਣੇ ਹੈ। ਫੋਰ ਐਗਜ਼ਾਮਪਲ ਜਿਵੇਂ ਆਪਾਂ ਪਿੱਛੇ ਕੀਤੇ ਸੀ, that is sin of angle of incidence ਤੇ is approximately equal to I, ਠੀਕ। ਜਨਰਲਾਈਜ਼ ਵਾਸਤੇ ਤੁਸੀਂ ਥੀਟਾ ਕਰ ਲਓ, sin theta is approximately equal to theta, ਠੀਕ ਹੈ। ਬਾਇਨੋਮੀਅਲ ਵੀ ਕਰਦੇ ਸੀਗੇ ਅਪਰੋਕਸੀਮੇਸ਼ਨ ਵਿੱਚ, ਠੀਕ ਹੈ। ਨੈਕਸਟ ਇਜ਼ ਸਾਈਨ ਕਨਵੈਨਸ਼ਨਸ, ਸਾਈਨ ਕਨਵੈਨਸ਼ਨਸ ਆਫ ਲੈਂਸ ਮੇਕਰ ਫਾਰਮੂਲਾ। ਹਾਂਜੀ, ਸਾਈਨ ਕਨਵੈਨਸ਼ਨਸ ਵਿੱਚ ਕੀ ਹੈ, ਉਹੀ ਪੁਰਾਣੇ ਵਾਲੇ ਕਿ ਸਭ ਤੋਂ ਪਹਿਲਾ ਸਾਈਨ ਕਨਵੈਨਸ਼ਨ ਕੀ ਲੈਣਾ ਹੈਗਾ ਕਿ ਡਿਸਟੈਂਸ is always measured from the optical center of the lens, distance always measured from the optical center of the lens, ਠੀਕ ਹੈ। ਹੁਣ ਦੇਖੋ ਜਿਹੜੀ ਟਰਮ ਹੈ, ਜਿਵੇਂ ਡਿਸਟੈਂਸ ਜਿਹੜਾ ਮੈਜ਼ਰ ਕਰ ਰਹੇ ਹਾਂ ਆਪਾਂ, ਜਿਹੜਾ ਕਿ इंसिडेंट रे दे अलोंग जावे, ठीक है। डिस्टेंस मेजर्ड along the incident ray is always taken as positive, and the distance measured in the direction opposite to the incident ray is always taken as negative, clear। ਹੁਣ ਅਸੀਂ ਕਰਨੇ ਆ ਲੈਂਸ ਮੇਕਰ ਫਾਰਮੂਲਾ ਦੇ ਡਾਇਗਰਾਮ ਦੇ ਨਾਲ ਰਿਲੇਟ ਕਰਕੇ ਸਾਰੇ ਦਾ ਸਾਰਾ ਬਣਦਾ ਕਿਵੇਂ ਹੈ, ਕਲੀਅਰ ਹੈ। ਹੁਣ ਦੇਖੋ ਬਣਦਾ ਕਿਵੇਂ ਉਹ ਦੇਖੋ ਹੁਣ। ਹਾਂਜੀ, ਕਨਵੈਕਸ ਲੈਂਸ ਵਾਸਤੇ, ਕਨਵੈਕਸ ਲੈਂਸ ਵਾਸਤੇ ਕੀ ਕਰਨਾ ਹੈ, ਫੋਰ ਐਗਜ਼ਾਮਪਲ ਸਾਡੇ ਕੋਲ ਇਸ ਫਾਰਮ 'ਚ ਕੋਈ ਲੈਂਸ ਹੈ, ऑप्टिकल सेंटर। ਹੁਣ ਫੋਰ ਐਗਜ਼ਾਮਪਲ ਸਭ ਤੋਂ ਪਹਿਲੇ ਇੱਕ ਅਜ਼ੰਪਸ਼ਨ ਦਾ ਪੁਆਇੰਟ ਸਾਡਾ ਸਕਿਪ ਹੋ ਗਿਆ ਸੀਗਾ, ਉਹ ਤੁਸੀਂ ਲਿਖ ਲਿਓ, ਠੀਕ ਹੈ। ਜਿੰਨੇ ਵੀ ਆਬਜੈਕਟ ਲੈਣੇ ਆ ਉਹ ਸਾਰੇ ਕੀ ਹੋਣੇ ਚਾਹੀਦੇ ਆ, ਪੁਆਇੰਟ ਸਾਈਜ਼। ਇੱਥੇ ਦੇਖੋ ਸਭ ਤੋਂ ਪਹਿਲੇ ਜਿਹੜਾ ਆਬਜੈਕਟ ਲੈਣਾ ਉਹ ਕਿਵੇਂ ਦਾ ਲੈਣਾ ਹੈ, ਦੈਟ ਇਜ਼ ਆਫ ਪੁਆਇੰਟ ਸਾਈਜ਼। ਹਾਂਜੀ, ਹੁਣ ਦੇਖੋ ਇਹ ਸਾਡੇ ਕੋਲ ਆਬਜੈਕਟ ਹੈ, ਠੀਕ ਹੈ। ਇੱਥੇ ਇਸ ਪੁਆਇੰਟ ਤੇ ਇਧਰੋਂ ਦੀ ਕੋਈ ਰੇ ਗਈ, ਠੀਕ ਹੈ, ਜਿਹਦਾ ਰਿਫਲੈਕਟਿਵ ਇੰਡੈਕਸ μ1 ਹੈ, 에ਅਰ ਵਿੱਚ ਹੈ, ਤੇ ਇਹਦਾ ਰਿਫਲੈਕਟਿਵ ਇੰਡੈਕਸ μ2 ਹੈ, ਠੀਕ ਹੈ। ਹੁਣ ਦੇਖੋ ਕੋਈ ਵੀ ਰੇ ਗਈ
ठीक है, वो पास कर रही है ए बी सी डी, ठीक है, ए वाले फेस चो, फेस 1, ठीक है। कोई भी रे जब फेस 1 चो पास करेगी, फेस 1 मतलब कि अगर फॉर एग्जांपल ध्यान नाल समझने की कोशिश करियो कि अगर ये जो बाई कॉन्वेक्स लेंस है, बाई कॉन्वेक्स लेंस है ए बी ते सी, ठीक है, इस फॉर्म च है। अगर ये फेस दूसरे वाला ना लेंदे आपां, अगर ये फेस ना लेंदे तो इधरों की कोई भी रे गई इस फॉर्म की इमेज बननी सी, ठीक है। फॉर एग्जांपल आप सिर्फ पास करवाया सिर्फ पहले वाले फेस चों, ठीक है, ये रे इदा बेंड हुई इस फॉर्म च इमेज बन गई इस पॉइंट पे, ठीक है, फर्स्ट फेस वास्ते, ठीक है, फर्स्ट फेस वास्ते। बट हाँ हुण देखो पर ये देखो इहदा सेकंड फेस भी इत्थे, ठीक है, इस सेकंड फेस वास्ते, इस सेकंड फेस वास्ते हुण देखो ये सेकंड फेस नु भूल जाओ, फर्स्ट फेस नु भूल जाओ। हुण देखो इस सेकंड फेस वास्ते जिहड़ी ये इमेज बनी सी फर्स्ट फेस दी, जिहड़ी इमेज बनी सी फर्स्ट फेस दी, ठीक है, वो की बन जाएगी ऑब्जेक्ट दा काम करेगी सेकंड वाले लेंस दे लिए, ठीक है। फिर तो इधर देखो सब तो पहले की सी इस फॉर्म च लेंस सीगा, ठीक है, लाइट गई, अगर ये लेंस पार्ट ना होवे तो लाइट बिल्कुल स्ट्रेट जाती, ठीक है। हुण देखो बट ए वाला सरफेस है, सेकंड सरफेस है, इस सरफेस दे लिए ये जिहड़ी इमेज बनी है ये किवें बिहेव करेगी, ऑब्जेक्ट की तरह बिहेव करेगी, इट बिहेव्स लाइक एन ऑब्जेक्ट। अगर ये ऑब्जेक्ट की तरह बिहेव करेगी तो इसदी जिहड़ी कुछ इमेज बनेगी फाइनल इमेज, ठीक है। हुण देखो टकरान तो बाद क्लियर। हुण देखो अगर ये इस फॉर्म च करिए, ये देखो इस फॉर्म च ये पूरा अगर स्फीयर ड्रॉ करिए, ठीक है, इहदा ए किते सी आ जाएगा सेंटर, ठीक है, सेंटर ऑफ फर्स्ट फेस, ठीक है, एक ही आ जाएगा इस फॉर्म च ए C1 ते पूरे का सेंटर C2, ठीक, ए C1 ते है C2। ये देखो इस सरफेस तो स्ट्राइक करके जा रही है ते एदा मतलब एदा इधरों दी अपन नॉर्मल ड्रॉ किया, ठीक है, क्योंकि इस सरफेस तो स्ट्राइक करके जा रही है, एदा नॉर्मल ड्रॉ किया, ठीक है, एन एक ही आ जाएगी साडी सेंटर ऑफ कर्वेचर वाली रे, क्लियर। सिमिलरली हुण देखो ए किहड़े फेस वास्ते सी, ए आई डैश वास्ते जिहड़ी इत्थे इमेज बन रही है। हुण जिहड़ी एक्चुअल इमेज बन रही है, हुण देखो एक्चुअल जिहड़ी इमेज बनूगी वो किवें बनूगी, ए इधरों दी बेंड करूगा, इधरों रह गई बेंड कीती, ठीक है, बेंड करन तो बाद रफली इदां जाऊगी, ठीक है, कुछ रेस एवें जान गया, ठीक है। हुण जिहड़ियां इधरों दी जान गईयां, ठीक है, हुण देखो जिस पॉइंट तो ये कट कर रही गया इधरों दी पूरा ड्रॉ किया, ये सेंटर आया। फिर तो देखो ये कॉम्प्लिकेटेड डायग्राम नू, ठीक है, सब तो पहले की करना है तुसी इस फॉर्म च पहला लेंस रे गई टकराई इधर चली गई, ठीक है, इधरों दे पर इस फॉर्म च ड्रॉ किया, ठीक है, इहदा सेंटर आ गया सी, फर्स्ट फेस है, ठीक है, C1, ठीक, ये आ गया C1 फर्स्ट फेस का। हुण देखो दूसरी फेस है, देखो ठीक, इत्थे जिहड़ी इमेज बनी है इस पॉइंट पे, ये जिहड़ी इमेज बनी है इहदे लई क्या काम कर रही है, ऑब्जेक्ट का काम कर रही है, ठीक है, ऑब्जेक्ट का काम करिए तो इसकी फाइनल इमेज इत्थे बन रही है। हुण इहनूं अगर आपां इस फॉर्म पूरा ड्रॉ करिए, इहदा सेंटर आ गया C2, ठीक, ये वाला पॉइंट C2 ते बनाना किवें हुंदा है, नॉर्मल नॉर्मल, क्लियर है टर्म। ये डायग्राम समझना बड़ा इंपॉर्टेंट है, ठीक है। हुण देखो इस डिस्टेंस नू की नाम देता -u1, ये जिहड़ी इमेज बन रही है पहले वाले दी दैट इज प्लस v डैश नाम दे देने इनू, ठीक, तो जिहड़ी फाइनल इमेज बन रही है, फाइनल इमेज उन्होंने नाम दे देंगे हैं ए फाइनल इमेज आई v, ठीक, ते जिहड़ा रेडियस है प्लस r1 ते इत्थे वाला रेडियस माइनस r2। एक क्लियर है टर्म। हुण देखो करना की है इहदे विच, सब तो पहले वही सारियां पुरानियां टर्म्स जिहड़ियां आपां डिस्कस कीतियां सीगियां, ठीक है, वही सारियां पुरानियां टर्म्स जिहड़ियां आपां डिस्कस कीतियां सी,
हाँ जी देखो, सब तो पहले लाइट जब जावे दैट इज फ्रॉम रेयर टू डेंसर, ठीक है, किवें जावे, दैट इज लाइट ट्रेवल्स फ्रॉम रेयर टू डेंसर। एक क्लियर हो गया, लाइट किवें जा रही है, दैट इज फ्रॉम रेयर मीडियम टू अ डेंसर मीडियम, दिस इज द रेयर मीडियम, whose refractive index is mu1, this is the denser medium whose refractive index is mu2। क्लियर, लाइट किवें जा रही है, फ्रॉम रेयर टू डेंसर, मतलब कि ਆਪਾਂ फेस ਕਿਹੜਾ ਲੈ ਰਹੇ ਹਾਂ, that is face is that is from A B C फेस, इस फेस चो पास करे, मतलब प्लेनो सरफेस चो, इस फॉर्म च लिख लियो, फ्रॉम दिस फेस A B एंड C, लाइट इधरों पास करे, जब लाइट इधरों पास कर रही है, ठीक है, फॉर्मूला क्या आ जाएगा, ये देखो μ2 अपॉन V, एक जनरलाइज्ड फॉर्मूला ਸੀ ਜਿਹੜਾ ਮੈਂ ਤੁਹਾਨੂੰ ਪਿੱਛੇ ਕਰਵਾਇਆ ਸੀਗਾ, ਆਪਾਂ ਡਾਇਰੈਕਟ ਹੁਣ ਯੂਜ਼ ਵਿੱਚ ਲੈ ਕੇ ਆ ਰਹੇ ਹਾਂ। ਲਾਈਟ ਕਿਵੇਂ ਪਾਸ ਕਰੀਏ, ਦੈਟ ਇਜ਼ ਫਰਮ ਰੇਅਰ ਟੂ ਡੈਂਸਰ, ਤੇ ਉਹਦਾ ਫਾਰਮੂਲਾ ਕੀ ਹੁੰਦਾ, μ2 अपॉन V, ਇੱਥੇ V ਜਿਹੜੀ ਹੈ ਇਮੇਜ ਬਣ ਰਹੀ ਹੈ, ਉਹ ਕਿਹੜੀ ਬਣ ਰਹੀ ਹੈ, ਦੈਟ ਇਜ਼ V ਡੈਸ਼, ਫਰਸਟ ਫੇਸ ਵਾਸਤੇ, ਫॉर फर्स्ट फेस, that is first face of lens, mu2 upon V minus mu1 upon U is equal to mu2 minus mu1 upon R1। ये आ गया इक्वेशन नंबर 1। ਹੁਣ ਦੇਖੋ सिमिलरली लाइट ਜਿਹੜੀ ਹੈ ਹੁਣ ਕਿਵੇਂ ਪਾਸ ਕਰੇਗੀ, ਇਹ ਪਹਿਲੇ ਫੇਜ਼ ਦਾ ਸੀਗਾ, ਨਾਓ the image formed by face ABC, ਜਿਹੜਾ ABC face ਬਣਾ ਰਿਹਾ, that is I1, behaves like an object for face A B C, hence ਹੁਣ ਦੇਖੋ ਜਿਹੜੀ ਇਮੇਜ ਬਣ ਰਹੀ ਹੈ ਫੇਸ ABC ਦੀ, that is I1 ਜਿਹੜੀ ਇਮੇਜ ਹੈ, it behaves, ਇਹ ਵਾਲੀ I1 ਜਿਹੜੀ ਇਮੇਜ ਹੈ, ਠੀਕ ਹੈ, it behaves like an object for face ADC, hence ਇਹ ਜਿਹੜੀ ਇਕੁਏਸ਼ਨ ਹੈਗੀ ਉਹ ਕਿਵੇਂ ਹੈਗੀ, ਹੁਣ ਦੇਖੋ ਜਿਹੜੀ ਇਹ ਲਾਈਟ ਟਰੈਵਲ ਕਰ ਰਹੀ ਹੈ, ਕਿਵੇਂ ਟਰੈਵਲ ਕਰ ਰਹੀ ਹੈ, that is light now travels from denser to rarer। ਹੁਣ ਦੇਖੋ ਅਗਰ ਲਾਈਟ ਟਰੈਵਲ ਕਰ ਰਹੀ ਹੈ ਡੈਂਸਰ ਟੂ ਰੇਅਰ, ਪਹਿਲੇ ਕਿਵੇਂ ਕਰ ਰਹੀ ਸੀ, ਦੈਟ ਇਜ਼ ਫਰਮ ਰੇਅਰ ਟੂ ਡੈਂਸਰ, ਹੁਣ ਕਿਵੇਂ ਕਰ ਰਹੀ ਹੈ, ਡੈਂਸਰ ਟੂ ਰੇਅਰ। ਉਹਦਾ ਫਾਰਮੂਲਾ ਕੀ ਸੀ, μ2 upon V dash minus μ1 upon U is equal to μ2 minus μ1 upon R1। ਹੁਣ ਦੇਖੋ ਡੈਂਸਰ ਟੂ ਰੇਅਰ ਜਾਵੇ ਤਾਂ ਇਹ ਇਕੁਏਸ਼ਨ ਥੋੜੀ ਸੀ ਰੀਪਲੇਸ ਹੋ ਜਾਂਦੀ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਰੀਪਲੇਸ 1/2, ਇਹਦਾ ਮਤਲਬ ਇਹ ਕੀ ਬਣ ਜਾਏਗਾ, ਨਾਓ ਦਾ ਇਕੁਏਸ਼ਨ ਵਿਲ ਬਿਕਮਸ μ1 upon ਇਮੇਜ, ਇਹਦੀ ਫਾਈਨਲ ਇਮੇਜ ਕੀ ਹੈ, the final image is V, mu1 upon V minus 1 ਦੀ ਜਗ੍ਹਾ ਕੀ ਆ ਜਾਏਗਾ, mu2 upon ऑब्जेक्ट कितना है, ऑब्जेक्ट डिस्टेंस कितने है, V dash, क्लियर हो रही है टर्म, इज इक्वल टू mu2 mu1 minus mu2 upon R2, mu1 minus mu2 upon R2। फिर तो देखो सेकंड फेस वास्ते, फेस ADC वास्ते ऑब्जेक्ट ਜਿਹੜਾ ਹੈਗਾ, ऑब्जेक्ट ਕੀ ਆ ਜਾਏਗਾ, ऑब्जेक्ट इज V dash ਤੇ ਇਮੇਜ ਜਿਹੜੀ ਹੈ that is V, क्लियर। ਇਹਨੂੰ ਆਪਾਂ ਦੇਤਾ ਇਕੁਏਸ਼ਨ ਨੰਬਰ 2, ਇਕੁਏਸ਼ਨ ਨੰਬਰ 2। ਹੁਣ ਦੇਖੋ ਆਪਾਂ ਕੀ ਕਰਨਾ ਹੈ, ਇਕੁਏਸ਼ਨ 1 ਤੇ ਇਕੁਏਸ਼ਨ 2 ਦੋਨਾਂ ਨੂੰ ਐਡ ਕਰਨਾ ਹੈ, ਐਡਿੰਗ ਇਕੁਏਸ਼ਨ 1 ਐਂਡ ਇਕੁਏਸ਼ਨ 2। जब ਆਪਾਂ ਦੋਨਾਂ ਨੂੰ ਐਡ ਕੀਤਾ, ਸਾਡੇ ਕੋਲ ਇਕੁਏਸ਼ਨ 1 ਕੀ ਸੀ, μ2 upon V dash minus μ1 upon U is equal to μ2 minus μ1 upon R1, ਇਹ ਸੀ ਸਾਡੀ ਇਕੁਏਸ਼ਨ 1। ਦੋਨਾਂ ਨੂੰ ਐਡ ਕੀਤਾ, μ2 upon V dash, ਇਹ ਦੇਖੋ
इस μ2 upon v dash ਨਾਲ ਇਹ μ2 upon v dash ਕੱਟ ਹੋ ਜਾਏਗਾ ਕਿਉਂਕਿ ਇਹ ਪਲੱਸ ਵਿੱਚ ਹੈਗਾ ਇਹਨੂੰ ਇਹਦੇ ਵਿੱਚ ਪਲੱਸ ਕਰਾਂਗੇ ਤਾਂ this minus this 0 दूसरा देखो μ1 upon v minus μ1 upon u μ1 upon v मैं डायरेक्ट कर रहा तुसी कैलकुलेशंस पूरी स्टेप बाय स्टेप करियो μ1 upon v minus μ1 upon u equals to ਇੱਥੇ ਕੀ ਹੈ μ2 minus μ1 ਇੱਥੇ ਹੈਗਾ μ1 minus μ2 ਅਗਰ ਇਹਨਾਂ ਵਿੱਚੋਂ ਦੀ ਆਪਾਂ μ2 minus μ1 ਕਾਮਨ ਲਈਏ μ2 minus μ1 ਕਾਮਨ ਲਈਏ ਸਾਡੇ ਕੋਲ ਅੰਦਰ ਕੀ ਰਹਿ ਜਾਏਗਾ 1 upon r1 ਤੇ ਇਹ ਵਾਲੀ ਜਿਹੜੀ ਪਲੱਸ ਵਾਲੀ ਟਰਮ ਸੀ ਨੀਚੇ ਇਹ μ1 minus μ2 ਅਗਰ μ2 minus μ1 ਕਰ ਰਹੇ ਹਾਂ ਤੇ ਇਹਦਾ ਮਤਲਬ ਕਿ ਮਾਈਨਸ ਬਾਹਰ ਕਾਮਨ ਲੈ ਰਹੇ ਹਾਂ ਇਹ ਕੀ ਬਣ ਜਾਊਗਾ -1 upon r2 क्लियर हो गया एक बार फिर तो देखो दिस इक्वेशन प्लस दिस इक्वेशन μ2 upon v dash minus μ2 upon v dash ਇਹ ਦੋਨਾਂ ਨੂੰ ਪਲੱਸ ਕੀਤਾ ਠੀਕ ਹੈ ਕੱਟ ਹੋ ਗਏ ਸਾਡੇ ਕੋਲ ਇੱਥੇ ਕੀ ਆਏਗਾ ਇਹ ਪਲੱਸ ਵਿੱਚ ਸੀ μ1 over v ਮਾਈਨਸ ਵਿੱਚ ਇਹ ਸੀਗਾ ਪਲੱਸ ਕੀਤਾ ਤਾਂ -μ1 over u is equal to ਇਹਨਾਂ ਵਿੱਚ ਕਾਮਨ ਕੀ ਆ ਰਿਹਾ μ2 μ1 ਇੱਥੇ μ1 over μ2 ਹੈ ਇੱਥੇ μ2 μ1 ਕਾਮਨ ਲਿੱਤਾ ਇੱਥੇ ਕੀ ਆਏਗਾ 1 upon r1 पर इत्थे μ2 μ1 ਸੀਗਾ ਤੇ ਇੱਥੇ ਮਾਈਨਸ ਬਾਹਰ ਕਾਮਨ ਲੈ ਲਿਆ ਉਹ ਮਾਈਨਸ ਅੱਗੇ ਲਗਾਤਾ ਕਲੀਅਰ -1 upon r2 ਹੁਣ ਦੇਖੋ ਇਹ ਜਿਹੜਾ ਫਾਰਮੂਲਾ ਆ ਹੁਣ ਇਹ ਦੇਖੋ μ1 ਕਾਮਨ ਲੈ ਲਿਆ ਅੰਦਰ ਕੀ ਰਹਿ ਗਿਆ 1 upon v -1 upon u is equal to μ2 minus μ1 1 upon r1 minus 1 upon r2 1 upon v minus 1 upon u is equal to μ2 minus μ1 upon μ1 1 upon r1 minus 1 upon r2 1 upon v minus 1 upon u is equal to μ2 divided by μ1 minus 1 1 upon r1 minus 1 upon r2 क्लियर है टर्म ਹੁਣ ਦੇਖੋ ਇਹ ਜਿਹੜਾ ਰਿਜ਼ਲਟ ਆਇਆ ਹੈ ਬੜਾ ਹੀ ਜ਼ਿਆਦਾ ਇੰਪੋਰਟੈਂਟ ਰਿਜ਼ਲਟ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਕੀ ਹੈਗਾ 1 upon v minus 1 upon u ਅਗਰ ਜਿਹੜਾ ਆਬਜੈਕਟ ਹੈਗਾ ਆਬਜੈਕਟ ਦੀਆਂ ਰੇਸ ਇਨਫਾਈਨਾਈਟ ਤੋਂ ਆਉਂਦੀਆਂ ਹੁਣ ਠੀਕ ਹੈ u ਅਗਰ ਇਨਫਾਈਨਾਈਟ ਹੋਵੇ ਠੀਕ ਹੈ ਤੇ v ਜਿਹੜਾ ਹੈ v ਦੀ ਇਮੇਜ ਜਿਹੜੀ ਬਣੇਗੀ ਉਹ ਕਿੱਥੇ ਬਣੂਗੀ f ਤੇ ਬਣੇਗੀ ਠੀਕ ਹੈ u ਅਗਰ ਇਨਫਾਈਨਾਈਟ ਹੋਵੇ v ਦੀ ਵੈਲਿਊ ਕਿੱਥੇ ਬਣਦੀ ਹੈ इनफिन फोकस थे f थे अपन पढ़े है रूल अगर इस फॉर्म च है अगर इनफिनिट तो आ रही है तो इमेज कितने बनेगी फोकस थे हुन देखो अगर अपन इस फॉर्म च लईए इफ u is placed at infinite ठीक if u is placed at infinite then v equal to f ये अपन जनरल पढ़े है अगर u इनफिनिट तो इमेज जेडी बनदी है वो कितने बनदी है फोकस थे इस फॉर्म च याद करो u is equal to infinite फोकस से इमेज बनती है ठीक है पॉइंट ऑब्जेक्ट दी v is equal to f आ जाता v equal to f ਇਹਦਾ ਮਤਲਬ ਇਹ ਜਿਹੜੀ ਇਕੁਏਸ਼ਨ ਹੈ which is equal to 1 by f is equal to 1 upon v minus 1 upon u is equal to μ2 upon μ1 minus 1 1 upon r1 minus 1 upon r2 ਠੀਕ ਹੈ ਇਹ ਆਪਾਂ ਬਾਅਦ ਵਿੱਚ ਲੈਂਸ ਥਿਨ ਲੈਂਸ ਫਾਰਮੂਲਾ ਵਿੱਚ ਵੀ ਇਹ ਪੜਾਂਗੇ ਫਾਰਮੂਲਾ 1 upon v minus 1 upon u equal to 1 upon f ਵੀ ਹੁੰਦਾ ਹੈ हाँ पर ये स्टैंडर्डाइज्ड इस टर्म के लिए मैं तुहानू इस फॉर्म एक्सप्लेन करता क्लियर है टर्म ये बहुत इंपॉर्टेंट टर्म है ठीक है एक बार फिर तो इनू रिवाइज कर लेंगे हैं ठीक है सब तो पहले करना की है सब तो पहले याद रखना है स्टेप बाय स्टेप याद रखो सब तो पहले लाइट किमें जा रही है दैट इज फ्रॉम रेयरर टू डेंसर मीडियम रेयरर टू डेंसर मीडियम जब लाइट ट्रैवल करे फ्रॉम रेयरर टू डेंसर मीडियम फिर केड़ा फॉर्मूला लगाना आप फॉर्मूला याद करना है किमें याद रखना है μ2 upon v minus μ1 upon u is equal to μ2 minus μ1 upon r ठीक ਹੁਣ ਦੇਖੋ ਜਦ ਲਾਈਟ ਟਰੈਵਲ ਕੀਤੀ ਫਰੋਮ ਰੇਅਰ ਟੂ ਡੈਂਸਰ ਠੀਕ ਹੈ ਫਰਸਟ ਸਰਫੇਸ ਦਾ ਸੈਂਟਰ ਆਫ ਕਰਵੇਚਰ ਕੀ ਆ ਰਿਹਾ ਇਸ ਫਾਰਮ ਚ ਆ ਰਿਹਾ ਠੀਕ ਹੈ ਇਹ ਫਰਸਟ ਸਰਫੇਸ ਦਾ ਇਹ ਦੇਖੋ ਇਸ ਫਾਰਮ ਚ ਇਹ ਫਰਸਟ ਸਰਫੇਸ ਦਾ ਸੈਂਟਰ ਆਫ ਕਰਵੇਚਰ ਆ ਗਿਆ ਠੀਕ ਹੈ ਹੁਣ ਦੇਖੋ μ1 ਇਹ ਕੀ ਹੈ μ2 ਫਾਰਮੂਲਾ ਕੀ ਸੀ μ2 अपॉन इमेज यदि इमेज कितने बनी है इस पॉइंट पे स्टेप बाय स्टेप देखो डायग्रामेटिक फॉर्म च ठीक है डायग्रामेटिक फॉर्म च देखो स्टेप बाय स्टेप
ठीक ये ऑब्जेक्ट सीगा ਇਹਦੀ इमेज इस पॉइंट पे बनी ठीक फॉर्मूला क्या आ गया μ2 डायरेक्टली देखो μ2 अपॉन इमेज माइनस μ1 अपॉन ऑब्जेक्ट इज इक्वल टू μ2 माइनस μ1 अपॉन रेडियस ऑफ कर्वेचर इस लेंस ਦਾ ठीक रेडियस ऑफ कर्वेचर जिस लेंस ਦਾ ਆਪਾਂ ਬਣਾ ਰਹੇ ਹੁਣ दूसरी कंडीशन की सी लाइट ट्रैवल करे ਹੁਣ देखो अगर ਇਹ ਆਪਾਂ ਇਹ ਵਾਲੇ ਨੂੰ ਕੰਸੀਡਰ ਨਹੀਂ ਕੀਤਾ ਸੀ ਫਰਸਟ ਫੇਸ ਦਿੱਤਾ ਸੀ ਹੁਣ ਸੈਕਿੰਡ ਫੇਸ ਲੈ ਰਹੇ ਹਾਂ ਫਰਸਟ ਫੇਸ ਨੂੰ ਸਕਿਪ ਕਰਕੇ ਇਹਦਾ ਮਤਲਬ ਲਾਈਟ ਹੁਣ ਜਿਹੜੀ ਟਰੈਵਲ ਕਰ ਰਹੀ ਸੀ ਉਹ ਕਿਵੇਂ ਟਰੈਵਲ ਕਰ ਰਹੀ ਹੈ दैट इज फ्रॉम डेंसर मीडियम टू रेयरर मीडियम ਹੁਣ ਫਿਰ ਤੋਂ ਉਹੀ इस फॉर्म पे ਆਪਾਂ सर्कल ड्रॉ करता है ठीक ਇਹਦਾ ਸੈਂਟਰ ਆ ਗਿਆ ਅਪਰੋਕਸੀਮੇਟਲੀ ठीक है इस फॉर्म ਚ रे ड्रॉ कर देनी है ਇਹਦੇ ਨਾਲ ਕੱਟ ਕਰਕੇ ठीक है पहली रे ਇਹਦੇ ਨਾਲ ਕੱਟ ਕਰਨੀ ਹੈ दूसरी रे इस पॉइंट ਨਾਲ ਕੱਟ करनी ਜਿੱਧਰੋਂ ਦੀ ਉਹ ਫਾਈਨਲ ਇਮੇਜ ਬਣਾਏਗਾ ਜਿੱਧਰੋਂ ਦੀ ਉਹ ਫਾਈਨਲ ਇਮੇਜ ਬਣਾਏਗਾ ठीक है वही जनरलाइज्ड फार्मूला फिर तो μ1 अपॉन ਹੁਣ डेंसर टू रेयरर फार्मूला उल्टा हो जाएगा μ1 अपॉन v माइनस μ2 अपॉन u इज इक्वल टू μ1 माइनस μ2 अपॉन r ਹੁਣ ਇੱਥੇ r ਜਿਹੜਾ ਉਹ r2 ਹੈ ਦੋਨਾਂ ਨੂੰ ਐਡ ਕਰਨਾ ਹੈ ਐਡ ਕਰਨ ਤੋਂ ਬਾਅਦ ਜੋ ਵੀ ਸਿੰਪਲੀਫਾਈ ਕਰਕੇ ਆਏਗਾ ਸਾਡੇ ਕੋਲ ਫਾਰਮੂਲਾ ਲਾਸਟ ਵੀ ਬਣੇਗਾ 1 upon v minus 1 upon u is equal to μ2 upon μ1 minus 1 1 upon r1 minus 1 upon r2 ਜਿਹੜਾ ਕਿ 1 upon v minus 1 upon u ਆਪਾਂ ਬਾਅਦ ਵਿੱਚ ਵੀ ਪੜਾਂਗੇ ਤੇ ਮੈਂ ਜਨਰਲਾਈਜ਼ਡ ਫਾਰਮ 'ਚ ਵੀ ਦੱਸਦਾ ਉਹ ਕਿਹਦੇ ਇਕੁਅਲ ਹੁੰਦਾ 1 upon f ਦੇ ਇਕੁਅਲ ਹੁੰਦਾ ਠੀਕ ਹੈ ਹੁਣ ਨੈਕਸਟ ਜਿਹੜਾ ਕਰਨਾ ਹੈ that is for concave lens ठीक नेक्स्ट जो ਆਪਾਂ ਕਰਨਾ ਹੈ that is biconcave lens lens maker formula for biconcave lens ਹਾਂਜੀ ਇਹਦੇ ਵਿੱਚ ਫਿਰ ਤੋਂ ਉਹੀ ਸਟੈਪ ਹੈ ਇਹ ਲੌਂਗ ਕੁਐਸਚਨ ਵਿੱਚ ਆਂਦਾ ਹੈਗਾ ਠੀਕ ਹੈ ਤੇ ਬੋਰਡ ਪੁਆਇੰਟ ਆਫ View ਨਾਲ ਕਾਫੀ ਇੰਪੋਰਟੈਂਟ ਹੈ ਸੇਮ ਉਹੀ ਅਜ਼ੰਪਸ਼ਨਸ ਠੀਕ ਹੈ ਤੇ ਸਾਈਨ ਕਨਵੈਨਸ਼ਨਸ ਲੈਣੇ ਆ ਅਜ਼ੰਪਸ਼ਨਸ ਕੀ ਸੀਗੇ ਉਹੀ ਜਿਹੜਾ ਆਬਜੈਕਟ ਹੈ that should be point object ਠੀਕ ਹੈ ਦੂਸਰਾ ਅਜ਼ੰਪਸ਼ਨ ਕੀ ਸੀਗਾ ਕਿ ਜਿੰਨੀਆਂ ਵੀ ਰੇਜ਼ ਹੈ ਜਾਂ ਜਿੰਨੇ ਵੀ ਐਂਗਲ ਬਣ ਰਹੇ ਆ ਰੇਜ਼ ਪੈਰਾਐਕਸੀਅਲ ਤੇ ਐਂਗਲ ਸਮਾਲ ਲੈਣੇ ਆ ਮੀਨਸ sin θ ਅਪਰੋਕਸੀਮੇਟਲੀ ਇਕੁਅਲ ਟੂ θ ਠੀਕ ਹੈ ਇਸ ਫਾਰਮ ਦੇ ਵਿੱਚ ਅਜ਼ੰਪਸ਼ਨ ਸੀਗੇ ਤੇ ਹੋਰ ਅਜ਼ੰਪਸ਼ਨ ਜੇ ਲੈਣਾ ਹੋਵੇ ਹੋਰ ਕਿਹੜਾ ਅਜ਼ੰਪਸ਼ਨ ਲੈਣਾ ਕਿ ਜਿਹੜਾ ਅਪਰਚਰ ਹੈ ਉਹ ਕੀ ਹੋਣਾ ਚਾਹੀਦਾ ਸਮਾਲ ਹੋਣਾ ਚਾਹੀਦਾ ਠੀਕ ਹੈ ਅਪਰਚਰ ਸ਼ੁੱਡ ਬੀ ਸਮਾਲ ਤੇ ਸਾਈਨ ਕਨਵੈਨਸ਼ਨਸ ਉਹੀ ਡਿਸਟੈਂਸ इंसिडेंट रे दे अलोंग लवांगे पॉजिटिव अगर ਉਹਦੇ ऑपोजिट डायरेक्शन लवांगे ठीक है नेगेटिव ठीक है ਤੇ ਅਪਵਰਡ ਡਾਇਰੈਕਸ਼ਨ ਪੋਜ਼ਿਟਿਵ ਡਾਊਨਵਰਡ ਡਾਇਰੈਕਸ਼ਨ ਨੈਗੇਟਿਵ ਕਲੀਅਰ ਸਾਈਨ ਕਨਵੈਨਸ਼ਨਸ ਹੁਣ ਫਿਰ ਤੋਂ ਇਹ ਸ਼ਾਰਟ ਵਿੱਚ ਦੱਸ ਦਿੰਦਾ ਤੁਹਾਨੂੰ ਕਿਉਂਕਿ ਹੁਣ ਤੁਹਾਨੂੰ ਕਨਸੈਪਟ ਤਾਂ ਕਲੀਅਰ ਹੋ ਹੀ ਗਿਆ ਹੁਣ ਫਿਰ ਤੋਂ ਇਹਦੇ ਦੋ ਸਰਫੇਸ ਨੇ ਠੀਕ ਹੈ ਪਹਿਲਾ ਫਿਰ ਤੋਂ A B C ਮੀਨਸ ਫਰਸਟ ਫੇਸ ਇਸ ਫਾਰਮ A B and C ਤੇ ਦੂਸਰਾ ਫੇਸ ਕਿਹੜਾ ਆ ਜਾਏਗਾ इस फॉर्म दैट इज D E F ठीक है ਜਿਹੜੀ ਫਰਸਟ ਵਾਲੇ ਦੀ ਇਮੇਜ ਹੋਏਗੀ ਫॉर एग्जांपल ਇਹ ਦੇਖੋ ਇਧਰੋਂ ਦੀ ਕੋਈ ਰੇ ਗਈ ਟਕਰਾਉਣ ਤੋਂ ਬਾਅਦ ਰਿਫਲੈਕਟ ਹੋਈ ਅਗਰ ਇਹ ਰਿਫਲੈਕਟ ਹੋ ਰਹੀ ਹੈ ਅਗਰ ਇਹ ਨਾ ਹੁੰਦਾ ਇਹ ਬਿਲਕੁਲ ਸਿੱਧੀ ਜਾਣੀ ਸੀ ਠੀਕ ਹੈ ਅਗਰ ਸਿਰਫ ਫਰਸਟ ਸਰਫੇਸ ਲੈਂਦੇ ਇਹ ਦੇਖੋ ਇਸ ਫਾਰਮ 'ਚ ਕੋਈ ਆਬਜੈਕਟ ਹੈ ਠੀਕ ਹੈ ਇਸ ਫਾਰਮ 'ਚ ਗਈ ਇਹਦੀ ਇਮੇਜ ਬਣ ਗਈ ਜਿਹਨੂੰ ਆਪਾਂ I1 ਲਿਖਤਾ ਹੈ ठीक है ਹੁਣ ਇਹ ਸਿਰਫ ਫਰਸਟ ਫੇਸ ਵਾਸਤੇ ਹੈ ਇਹ ਕਿਹੜੇ ਫੇਸ ਵਾਸਤੇ ਹੈ दैट इज फॉर फर्स्ट फेस ਅਗਰ ਇਹ ਫਰਸਟ ਫੇਸ ਮਤਲਬ ਸੈਕਿੰਡ ਫੇਸ ਨਾ ਹੁੰਦਾ ਤਾਂ ਇਹਦੀ ਇਮੇਜ ਇਸ ਪੁਆਇੰਟ ਤੇ ਬਣਨੀ ਸੀ ਪਰ ਹਾਂ ਇਹਦਾ ਸੈਕਿੰਡ ਫੇਸ ਹੈ ਠੀਕ ਹੈ ਸੈਕਿੰਡ ਫੇਸ ਹੈ ਤੇ ਇਹਦਾ ਮਤਲਬ ਜਿਹੜੀ ਇਹਦੀ ਇਮੇਜ ਬਣੀ ਹੈ ਜਿਹੜੀ ਇਹਦੀ ਇਮੇਜ ਬਣੀ ਹੈ ਫਰਸਟ ਫੇਸ ਦੀ ਦ ਇਮੇਜ ਆਫ ਫਰਸਟ ਫੇਸ ਇਹ ਕਿਵੇਂ ਬਿਹੇਵ ਕਰੇਗੀ ਇਟ ਬਿਹੇਵਸ ਲਾਈਕ ਐਨ ਆਬਜੈਕਟ ਫॉर सेकंड फेस ठीक है ਤੇ ਇਹਦੀ ਜਿਹੜੀ ਫਾਈਨਲ ਇਮੇਜ ਹੈ दैट इज ਇਸ ਪੁਆਇੰਟ ਤੇ ਬਣੇਗੀ ਕੁਝ ਠੀਕ ਹੈ ਇਹ ਸੀ ਇਹਦਾ ਰੇ ਡਾਇਗਰਾਮ ਠੀਕ ਹੈ ਫਰਸਟ ਇਮੇਜ I1 ਫॉर ਫਰਸਟ ਫੇਸ ਤੇ I is for second phase ठीक ਹੁਣ ਫਿਰ ਤੋਂ ਉਹੀ when light travels from rarer to denser अगर rarer to denser जाए means that is from mu1 इधर रिफ्लेक्टिव इंडेक्स mu2 ठीक है rarer to denser जाए ठीक है वही सारे कंसेप्ट बेसिकली ठीक है इस फॉर्म ठीक है दूसरे वाले का इस फॉर्म ठीक है इधर रेडियस कर्वेचर C1 तो दूसरे वाले का C2 ठीक है सेंटर ऑफ कर्वेचर तो रेलेटिव टू डेंसर जाए तो फॉर्मूला क्या आएगा mu2 अपॉन इमेज फर्स्ट फेज दी इमेज की गया है द इमेज ऑफ फर्स्ट फेज इज I1 which is equal to V1 image distance is V1
μ2 upon image minus μ1 upon object is equal to μ2 minus μ1 upon r1। ठीक है, ये सिर्फ फर्स्ट फेज वास्ते फॉर फर्स्ट फेज दैट इज ए बी सी, ए वाले फेज जो पास करे when light passes from first phase, that is from ABC phase, after refraction the image formed is will be V1। ਹੁਣ देखो दूसरा देखो, when for second phase that is DEF, the image of first phase that is I, image distance V1 will behave, I means I1 will behave, V1 is image distance, will behave like an object distance, will behave like an object distance for phase 2, and hence देखो ये जी सेकंड फेज है, एक में पास करेगा हम, दैट इज फ्रॉम डेंसर टू रेयर। अगर लाइट डेंसर टू रेयर जाएगी, मैं तुहानू फॉर्मूला दस्से, फॉर्मूला क्या होएगा हम देखो, μ1 अपॉन इमेज की है थे, इमेज इज V, फाइनल इमेज इज V माइनस μ2 अपॉन U की बिहेव करेगा, ये U की तरह बिहेव करेगा सेकंड फेज वास्ते, दैट इज V1 इज इक्वल टू μ1 माइनस μ2 अपॉन R2। ठीक है, ਤੁਹਾਨੂੰ जब 5 मार्क का क्वेश्चन आएगा ਤੁਸੀਂ ਪਹਿਲੇ ਇਹ ਵਾਲੀ ਟਰਮ ਵੀ ਪ੍ਰੂਫ ਕਰਨੀ ਹੈ ਜੋ ਆਪਾਂ ਪਿੱਛੇ ਕੀਤੀਆਂ ਸੀ ਉਹਦੇ ਉਸ ਟਰਮ ਨੂੰ ਲੈ ਕੇ। ਠੀਕ ਹੈ, ਹੁਣ ਦੇਖੋ ਦੋਨਾਂ ਨੂੰ ਐਡ ਕੀਤਾ ਜਦ ਆਪਾਂ, ਮੈਂ ਡਾਇਗਰਾਮ ਸਬ ਕਰਨਾ, ਦੇਖੋ ਜਦ ਆਪਾਂ ਇਕੁਏਸ਼ਨ ਨੂੰ ਐਡ ਕੀਤਾ, ਐਡ 1 ਐਂਡ 2, ਦੋਨੋਂ ਇਕੁਏਸ਼ਨ ਨੂੰ ਜਦ ਆਪਾਂ ਐਡ ਕੀਤਾ ਇਕੁਏਸ਼ਨ 1 ਤੇ ਇਕੁਏਸ਼ਨ 2 ਨੂੰ, ਸਾਡੇ ਕੋਲ ਕੀ ਆ ਜਾਏਗਾ μ1 upon V1, ਇਹ ਦੇਖੋ ਇਹ ਵਾਲੀ ਇਹਦੇ ਨਾਲ ਕੱਟ ਹੋ ਜਾਏਗੀ, ਦੋਨਾਂ ਨੂੰ ਐਡ ਕਰਤਾ। ਠੀਕ ਹੈ, ਸਾਡੇ ਕੋਲ ਕੀ ਆ ਗਿਆ, ਮੈਂ ਡਾਇਰੈਕਟ ਆਨਸਰ ਲਿਖ ਦਿੰਦਾ, μ1 upon V माइनस μ1 upon U इज इक्वल टू μ2 माइनस μ1, अंदर की रहेगा इधरों 1 upon R1, ये μ1 माइनस μ2 से इतने μ2 माइनस μ1, एक ही बन जाएगा 1 upon R1 माइनस 1 upon R2। ये है साਡਾ फाइनल रिजल्ट, जिन्हों पर सिंप्लीफाई करके इसको हम लिख दें 1 upon V माइनस 1 upon U इज इक्वल टू μ2 माइनस μ1 upon μ1 1 upon R1 माइनस 1 upon R2। ठीक है, which is equal to F। ठीक है, ਹੁਣ देखो अगर ਇਹਦਾ फर्स्ट मीडियम, if the first medium is air, ठीक है, air ਹੋਏ ਤੇ μ2 μ ਹੋਏ ਤੇ ਸਾਡੇ ਕੋਲ ਫਾਰਮੂਲਾ ਜਿਹੜਾ ਬਣੇਗਾ ਉਹ ਕੀ ਬਣ ਜਾਏਗਾ 1 upon F is equal to μ minus 1 upon 1 μ minus 1 upon R1 minus 1 upon R2। This is one of the most important formula। ठीक है, नेक्स्ट लेक्चर ਚ ਆਪਾਂ ਇਹਦੇ ਨੂਮੈਰੀਕਲਸ ਡਿਸਕਸ ਕਰਾਂਗੇ। ਠੀਕ ਹੈ, ਹੋਪ ਕਰਦਾ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਠੀਕ ਹੈ, ਇਸ ਦੇ ਨਾਲ ਹੀ ਧੰਨਵਾਦ।